ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਾਂ ਅੱਜ ਦੀ ਗੁਰਮਤਿ ਵਿਚਾਰਧਾਰਾ ਨਾਲ ਆਪਣੀਆਂ ਮਨੋਬਿਰਤੀਆਂ ਜੋੜੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਪਿਛਲੇ ਕੁਝ ਸਮੇਂ ਤੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਵਿਚਾਰ ਕਰਦੇ ਆ ਰਹੇ ਹਾਂ। ਉਸੇ ਲੜੀ ਦੇ ਤਹਿਤ ਅੱਜ ਆਪਾਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੁੜਨ ਦਾ ਯਤਨ ਕਰਨਾ ਹੈ। ਪਿਛਲੇ ਸਮੇਂ ਆਪਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ ਕੁਝ ਸਿਧਾਂਤ ਸਮਝੇ ਨੇ ਤੇ ਪਿੱਛੇ ਆਪਾਂ ਸਮਝ ਰਹੇ ਸਾਂ ਕਿ ਜਦੋਂ ਸਤਿਗੁਰੂ ਜੀ ਦੀਆਂ ਲਿਖੀਆਂ ਹੋਈਆਂ ਇਹ ਪੌੜੀਆਂ, ਪੌੜੀ ਨੰਬਰ 8 ਤੋਂ 11 ਤੱਕ, ਜਿਹਦੇ ਵਿੱਚ ਗੁਰੂ ਜੀ ਨੇ ਸੁਣਨ ਦਾ ਜ਼ਿਕਰ ਕੀਤਾ ਹੈ, ਤੇ ਆਪਾਂ ਸਮਝਿਆ ਸੀ ਕਿ ਕਿਸ ਨੂੰ ਅਤੇ ਕਿਸ ਤਰ੍ਹਾਂ ਸੁਣੀਏ। ਫਿਰ ਉਸ ਤੋਂ ਅੱਗੇ ਆਇਆ ਸੀ ਪੌੜੀ ਨੰਬਰ 12 ਤੋਂ 15 ਤੱਕ, ਜਿਹਦੇ ਵਿੱਚ ਗੁਰੂ ਜੀ ਨੇ ਜਿਸ ਮਨੁੱਖ ਨੇ ਸੁਣ ਕੇ ਮੰਨ ਲਿਆ, ਇੱਕ ਪੌੜੀ ਵਿੱਚ ਉਹਦਾ ਜ਼ਿਕਰ ਕੀਤਾ ਕਿ ਮੰਨੇ ਕੀ ਗਤ ਕਹੀ ਨਾ ਜਾਏ, ਤੇ ਅਗਲੀਆਂ 3 ਪੌੜੀਆਂ 'ਚ ਗੁਰੂ ਜੀ ਨੇ ਸਾਨੂੰ ਸੁਣ ਕੇ ਮੰਨ ਲੈਣ ਦੇ ਲਾਭ ਕੀ ਹੁੰਦੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਸੀ, ਤੇ ਆਪਾਂ ਇਸ ਨੂੰ ਬਹੁਤ ਸੋਹਣਾ ਸਮਝਿਆ ਸੀ। ਤੇ ਮੈਂ ਆਖਣਾ ਚਾਹਾਂਗਾ ਕਿ ਆਪਾਂ ਸਾਰੇ, ਮੈਂ ਵੀ ਵਿੱਚੇ ਹੀ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ। ਆਪਾਂ ਸੁਣਦੇ ਤੇ ਹਾਂ, ਦੂਜੇ ਨੰਬਰ ਤੇ ਉਸ ਨੂੰ ਮੰਨਣਾ ਹੈ। ਤੇ ਆਪਾਂ ਗੱਲ ਕੀਤੀ ਸੀ ਮੰਨਣ ਕਰਨਾ ਕਿਸ ਨੂੰ ਆਖਦੇ ਨੇ। ਜਦੋਂ ਮੰਨ ਲਿਆ ਤੇ ਫਿਰ ਤੀਜੇ ਨੰਬਰ ਤੇ ਸਾਡੇ ਅੰਦਰ ਉਹਦੇ ਪ੍ਰਤੀ ਪਿਆਰ ਪੈਦਾ ਹੋਣਾ ਹੈ, ਭਾਵ ਜਦੋਂ ਪਿਆਰ ਪੈਦਾ ਹੁੰਦਾ ਹੈ ਸਾਡੇ ਮਨਾਂ ਵਿੱਚ, ਉਦੋਂ ਸਾਡਾ ਪਰਮੇਸ਼ਵਰ ਜੀ ਦੇ ਨਾਲ ਲਿੰਕ ਜੁੜਨਾ ਸ਼ੁਰੂ ਹੋ ਜਾਂਦਾ ਹੈ। ਆ ਜਿੰਨਾ ਕੁਝ ਆਪਾਂ ਜੀ ਪਹਿਲਾਂ ਕਰਦੇ ਆ ਨਾ, ਕੀਰਤਨ ਹੋ ਗਿਆ, ਪਾਠ ਹੋ ਗਿਆ, ਕਥਾ ਵਿਚਾਰਾਂ, ਹੋਰ ਆਪਾਂ ਸੇਵਾਵਾਂ ਕਰਦੇ ਹਾਂ, ਇਹ ਸਭ ਕੁਝ ਸਾਧਨ ਹਨ ਪਿਆਰ ਪੈਦਾ ਕਰਨ ਦੇ, ਕਿ ਸਾਡੇ ਅੰਦਰ ਕਿਸੇ ਤਰੀਕੇ ਨਾਲ, ਚਾਹੇ ਗਾ ਕੇ ਹੋਵੇ, ਚਾਹੇ ਸੁਣ ਕੇ ਹੋਵੇ, ਚਾਹੇ ਪਾਠ ਕਰਕੇ ਹੋਵੇ, ਸਾਡੇ ਅੰਦਰ ਪਿਆਰ ਪੈਦਾ ਹੋਵੇ ਗੁਰੂ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ। ਸੋ ਆਪਾਂ ਸਾਰੇ ਬੜੇ ਪਿਆਰ ਨਾਲ ਸੁਣਦੇ ਹਾਂ, ਤੇ ਮੈਨੂੰ ਬੜੀ ਆਸ ਹੈ ਕਿ ਆਪਾਂ ਮੰਨਦੇ ਵੀ ਹੋਵਾਂਗੇ। ਜਿਵੇਂ ਜਿਵੇਂ ਮੰਨਦੇ ਜਾਵਾਂਗੇ, ਤਿਵੇਂ ਤਿਵੇਂ ਸਾਡੇ ਅੰਦਰ ਪਰਮਾਤਮਾ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋਣਾ ਸ਼ੁਰੂ ਹੋਏਗਾ। ਤੇ ਉਹ ਪਿਆਰ ਇੱਕ ਇਹੋ ਜਿਹੀ ਕੜੀ ਹੈ, ਇੱਕ ਇਹੋ ਜਿਹਾ ਪੁੱਲ ਹੈ, ਜਿਹੜਾ ਸਾਨੂੰ ਵਿਛੜਿਆਂ ਹੋਇਆਂ ਨੂੰ, ਜਿਹਦੇ ਨਾਲੋਂ ਵਿਛੜੇ ਹਾਂ ਉਹਦੇ ਨਾਲ ਮਿਲਾਉਂਦਾ ਹੈ। ਪਿਆਰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਚਲੋ ਅੱਜ ਆਪਾਂ ਜਿਹੜੀਆਂ ਅੱਗੇ ਹਨ ਨਾ ਗੁਰੂ ਨਾਨਕ ਸਾਹਿਬ ਦੀਆਂ ਜੀ, ਪੌੜੀ ਨੰਬਰ 16 ਤੋਂ 19 ਤੱਕ, ਉਹਦੇ ਵਿੱਚ ਜਿਹੜੀਆਂ ਅਖੀਰਲੀਆਂ ਪੰਕਤੀਆਂ ਨੇ ਨਾ ਚਾਰਾਂ ਹੀ ਪੌੜੀਆਂ ਦੀਆਂ, ਉਹ ਬਿਲਕੁਲ ਇੱਕੋ ਜਿਹੀਆਂ ਨੇ। ਤੇ ਉਹਨਾਂ ਵਿੱਚ ਗੁਰੂ ਜੀ ਨੇ ਲਿਖਿਆ, ਜੋ ਤੁਧ ਭਾਵੈ
ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਦਾ ਮਤਲਬ ਹੈ ਜੀ ਜਿਸ ਦਾ ਕੋਈ ਆਕਾਰ ਨਹੀਂ। ਆਪਾਂ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਹਾਂ ਤੇ ਆਪਾਂ ਨੂੰ ਤੇ ਪਤਾ ਹੋਣਾ ਚਾਹੀਦਾ ਹੈ। ਬਹੁਤ ਸਾਰੇ ਸਿੱਖ ਭੈਣ ਭਰਾ ਵੀ ਆ ਕੇ ਪੁੱਛਦੇ ਨੇ ਕਿ ਰੱਬ ਦਾ ਦਰਸ਼ਨ ਹੋ ਸਕਦਾ ਹੈ ਇਹਨਾਂ ਅੱਖਾਂ ਦੇ ਨਾਲ। ਤੇ ਮੈਂ ਬਹੁਤ ਵਾਰੀ ਕਹਿਣਾ ਜੀ ਜਿਹੜਾ ਨਿਰਾਕਾਰ ਏ ਉਹਦਾ ਦਰਸ਼ਨ ਇਹਨਾਂ ਅੱਖਾਂ ਨਾਲ ਨਹੀਂ ਹੋ ਸਕਦਾ। ਉਂਝ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਮੱਤ ਦਿੱਤੀ ਏ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਉਹ ਇਹ ਹੈ ਕਿ ਤੁਸੀਂ ਸਭਨਾਂ ਵਿੱਚੋਂ ਰੱਬ ਨੂੰ ਵੇਖੋ। ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨਵਰ ਨਾ ਦੇਖੋ ਕੋਈ। ਕਿਸੇ ਨੂੰ ਵੀ ਵਾਹਿਗੁਰੂ ਜੀ ਤੋਂ ਬਿਨਾਂ ਨਾ ਵੇਖੋ। ਉਹ ਕਨ ਕਨ ਵਿੱਚ ਸਮਾਇਆ ਹੋਇਆ, ਉਹ ਹਰ ਹਿਰਦੇ ਵਿੱਚ ਸਮਾਇਆ ਹੋਇਆ। ਸਭਨਾਂ ਵਿੱਚੋਂ ਉਸ ਨੂੰ ਵੇਖੋ ਜੇ ਇਹਨਾਂ ਅੱਖਾਂ ਨਾਲ ਦਰਸ਼ਨ ਕਰਨੇ ਨੇ ਤਾਂ। ਤੇ ਜੇ ਉਸ ਨਿਰਾਕਾਰ ਦੇ ਦਰਸ਼ਨ ਕਰਨੇ ਹੋਣ ਤੇ ਉਹ ਹੁੰਦੇ ਨੇ ਜੀ ਸੁਰਤ ਦੁਆਰਾ। ਹੋਰ ਕੋਈ ਤਰੀਕਾ ਨਹੀਂ ਨਿਰਾਕਾਰ ਨੂੰ ਵੇਖਣ ਦਾ। ਉਹ ਸੁਰਤ ਦੁਆਰਾ ਉਸ ਦੇ ਦਰਸ਼ਨ ਹੋ ਜਾਂਦੇ ਨੇ। ਮਹਾਂਪੁਰਸ਼ ਦੱਸਦੇ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ। ਗੁਰੂ ਸਾਹਿਬ ਬਾਣੀ ਵਿੱਚ ਬਾਰ-ਬਾਰ ਦਰਸ਼ਨਾਂ ਦੀ ਗੱਲ ਕਰਦੇ ਨੇ ਤੇ ਉਹ ਐਵੇਂ ਨਹੀਂ ਕਹਿੰਦੇ। ਉਹਨਾਂ ਨੇ ਦਰਸ਼ਨ ਕੀਤੇ ਨੇ। ਜਿਵੇਂ ਸਤਿਗੁਰੂ ਆਖਦੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੋ ਐਵੇਂ ਤੇ ਨਹੀਂ ਨਾ ਲਿਖਿਆ ਉਹਨਾਂ ਨੇ। ਅਕਸਰ ਉਹਨਾਂ ਦਰਸ਼ਨ ਕੀਤੇ ਨੇ ਤੇ ਤਾਂ ਹੀ ਇਹ ਬਚਨ ਲਿਖਿਆ ਹੈ। ਸੋ ਜਿਹੜੇ ਨਿਰਾਕਾਰ ਵਾਹਿਗੁਰੂ ਜੀ ਦੇ ਦਰਸ਼ਨ ਨੇ ਉਹ ਹੁੰਦੇ ਨੇ ਸੁਰਤ ਦੁਆਰਾ, ਅੰਤਰ ਆਤਮੇ। ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਾਂ ਪਿਰੀ। ਜਿਹੜੀਆਂ ਅੱਖਾਂ ਦੇ ਨਾਲ ਵਾਹਿਗੁਰੂ ਜੀ ਦਿਸਦੇ ਨੇ, ਮਾਂ ਪਿਰੀ ਦਾ ਮਤਲਬ ਹੈ ਮੇਰਾ ਪਿਆਰਾ, ਉਹ ਅੱਖਾਂ ਹੋਰ ਨੇ ਤੇ ਉਹ ਅੱਖਾਂ ਨੇ ਸੁਰਤ ਦੀਆਂ। ਸੋ ਆਪਾਂ ਆਪਣੀ ਸੁਰਤ ਨੂੰ ਜੀ ਸ਼ਬਦ ਨਾਲ ਜੋੜਨਾ ਹੈ। ਜਿਵੇਂ ਜਿਵੇਂ ਸ਼ਬਦ ਨਾਲ ਸਾਡੀ ਸੁਰਤ ਜੁੜੇਗੀ, ਕਿਉਂਕਿ ਸ਼ਬਦ ਆਪਣਾ ਗੁਰੂ ਹੈ, ਜਿਵੇਂ ਜਿਵੇਂ ਸਾਡੀ ਸੁਰਤ ਗੁਰੂ ਦੇ ਨਾਲ ਜੁੜੇਗੀ ਤਿਵੇਂ ਤਿਵੇਂ ਸਾਨੂੰ ਨਿਰਾਕਾਰ ਦੀ ਸੋਝੀ ਹੋਣੀ ਸ਼ੁਰੂ ਹੋ ਜਾਏਗੀ। ਜਿਵੇਂ ਉਸ ਦੀ ਸੋਝੀ ਹੋਏਗੀ ਸਾਨੂੰ ਅੰਤਰ ਆਤਮੇ ਉਹਦੇ ਦਰਸ਼ਨ ਦੀਦਾਰ ਵੀ ਜ਼ਰੂਰ ਹੋਣਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਨਿਰਾਕਾਰ ਦੇ ਆਪਾਂ ਦਰਸ਼ਨ ਕਰਨੇ ਨੇ ਸੁਰਤ ਦੁਆਰਾ। ਇਹਨਾਂ ਅੱਖਾਂ ਨਾਲ ਜੇ ਕਰਨੇ ਹੋਣ ਤੇ ਫਿਰ ਸਭਨਾਂ ਜੀਆਂ ਵਿੱਚੋਂ ਉਸ ਮਾਲਕ ਨੂੰ ਵੇਖਣਾ ਹੈ। ਉਹ ਨਿਰਾਕਾਰ ਹੈ ਤੇ ਸਦਾ ਸਲਾਮਤ ਹੈ। ਸਲਾਮਤ ਦਾ ਮਤਲਬ ਹੁੰਦਾ ਹੈ ਕਿ ਉਹ ਸਦਾ ਥਿਰ ਰਹਿਣ ਵਾਲਾ ਹੈ। ਜਿਹੜੀਆਂ ਚੀਜ਼ਾਂ ਜੀ ਆਕਾਰ ਵਾਲੀਆਂ ਨੇ ਉਹ ਸਦਾ ਨਹੀਂ ਰਹਿ ਸਕਦੀਆਂ। ਜੇ ਰੱਬ ਵੀ ਆ ਕੇ ਆਪਣਾ ਆਕਾਰ ਧਾਰਨ ਕਰ ਲਵੇ, ਜਿਵੇਂ ਉਹਨੇ ਕੀਤਾ ਗੁਰੂ ਨਾਨਕ ਸਾਹਿਬ, ਉਹਨੇ ਆਪਣਾ ਰੂਪ ਹੀ ਧਾਰਨ ਕੀਤਾ ਸੀ ਪਰ ਉਹ ਰਹਿ ਨਾ ਸਕਿਆ, ਉਹ ਸਰੀਰ ਨਾ ਰਹਿ ਸਕਿਆ। ਜੇ ਆਕਾਰ ਧਾਰਨ ਕਰ ਲਵੇ ਪਰਮਾਤਮਾ ਤੇ ਉਹ ਆਕਾਰ ਵੀ ਬਿਨਸੇਗਾ। ਇਹ ਜਿੰਨੇ ਖੰਡ ਬ੍ਰਹਿਮੰਡ ਸਾਨੂੰ ਨਜ਼ਰ ਆਉਂਦੇ ਨੇ ਇਹ ਸਭ ਬਿਨਸਨਹਾਰ ਨੇ। ਇੱਥੇ ਕੋਈ ਚੀਜ਼ ਸਦਾ ਥਿਰ ਰਹਿਣ ਵਾਲੀ ਨਹੀਂ, ਲੇਕਿਨ ਨਿਰਾਕਾਰ ਫਿਰ ਵੀ ਰਹਿੰਦਾ ਹੈ। ਇਸੇ ਲਈ ਉਸ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਸਲਾਮਤ ਆਖਦੇ ਨੇ ਕਿ ਹੇ ਵਾਹਿਗੁਰੂ ਤੂੰ ਆਕਾਰ ਤੋਂ ਰਹਿ ਤੇ ਇਸੇ ਕਰਕੇ ਹੀ ਤੂੰ ਸਦਾ ਥਿਰ ਰਹਿਣ ਵਾਲਾ ਹੈ। ਜੇ ਤੂੰ ਆਕਾਰ ਧਾਰਨ ਕਰ ਲਵੇਂ ਤੇ ਤੇਰੇ ਆਕਾਰ ਨੇ ਵੀ ਖਤਮ ਹੋਣਾ ਹੈ। ਫਿਰ ਆਖਿਆ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਨਾ ਜੀ ਮਾਲਕ ਨੇ, ਇਹ ਉਹਨੇ ਆਪਣੀ ਮਰਜ਼ੀ ਨਾਲ ਰਚੀ ਹੈ ਤੇ ਇਸ ਨੂੰ ਗੁਰਬਾਣੀ ਵਿੱਚ ਇੱਕ ਖੇਲ ਮੰਨਿਆ ਗਿਆ, ਇੱਕ ਤਮਾਸ਼ਾ ਮੰਨਿਆ ਗਿਆ ਹੈ, ਇੱਕ ਨਾਟਕ ਦੀ ਤਰ੍ਹਾਂ, ਇੱਕ ਸੁਪਨੇ ਦੀ ਤਰ੍ਹਾਂ ਇਸ ਪੂਰੇ ਬ੍ਰਹਿਮੰਡੀ ਰਚਨਾ ਨੂੰ ਰਚੀ ਉਸ ਮਾਲਕ ਨੇ ਹੈ। ਤੇ ਗੁਰੂ ਨਾਨਕ ਸਾਹਿਬ ਉਸ ਦੀ ਰਚਨਾ ਤੋਂ
ਕੁਰਬਾਨ ਜਾਂਦੇ ਨੇ, ਕਿਉਂਕਿ ਰਚਨਾ ਨੂੰ ਰਚਨ ਵਾਲਾ ਇਸ ਰਚਨਾ ਦੇ ਵਿੱਚ ਸਮਾਇਆ ਹੋਇਆ ਹੈ। ਇਸ ਲਈ ਉਹ ਕੁਦਰਤ ਤੋਂ ਵੀ ਸਦਕੇ ਜਾਂਦੇ ਨੇ, ਕਿਉਂਕਿ ਬਲਿਹਾਰੀ ਕੁਦਰਤ ਵਸਿਆ। ਉਹ ਕੁਦਰਤ ਦਾ ਮਾਲਕ, ਕੁਦਰਤ ਦਾ ਕਾਦਰ, ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ। ਇਸ ਲਈ ਉਸ ਤੋਂ ਉਹ ਸਦਾ ਬਲਿਹਾਰ ਤੇ ਸਦਕੇ ਜਾਂਦੇ ਰਹਿੰਦੇ ਨੇ। ਸੋ ਅੱਜ ਆਪਾਂ ਗੱਲ ਕਰਨੀ ਹੈ ਜੋ ਤੁਧ ਭਾਵ ਹੈ, ਜੋ ਤੈਨੂੰ ਚੰਗਾ ਲੱਗਦਾ ਹੈ। ਗੁਰੂ ਸਾਹਿਬ ਆਖਦੇ ਨੇ ਉਹ ਮੈਨੂੰ ਵੀ ਉਹ ਹੀ ਚੰਗਾ ਲੱਗਦਾ ਹੈ। ਤੇ ਆਪਾਂ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਆਪਾਂ ਨੂੰ ਵੀ ਉਹ ਹੀ ਚੰਗਾ ਲੱਗਣਾ ਚਾਹੀਦਾ ਹੈ। ਜੋ ਉਸ ਨੂੰ ਭਾਵੇ ਬਸ ਉਹ ਚੰਗਾ ਲੱਗਣਾ ਚਾਹੀਦਾ ਹੈ। ਇੱਕ ਵਾਰੀ ਨਾ ਜੀ, ਜਦੋਂ ਗੁਰੂ ਨਾਨਕ ਸਾਹਿਬ ਉਦਾਸੀ ਤੇ ਚੱਲੇ ਸਨ ਤੇ ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਆਪਣਾ ਸਾਥੀ ਨਿਯਤ ਕੀਤਾ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਸੀ। ਸਾਰੀ ਤਿਆਰੀ ਹੋ ਗਈ, ਚੱਲ ਪਏ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨਾਲੋਂ ਉਮਰ ਵਿੱਚ 5-7 ਸਾਲ ਵੱਡੇ ਸਨ ਤੇ ਉਹ ਇੱਕੋ ਪਿੰਡ ਵਿੱਚ ਜੰਮੇ ਪਲੇ ਇਕੱਠੇ ਤੇ ਖੇਡਦੇ ਵੀ ਰਹੇ ਛੋਟੇ ਹੁੰਦਿਆਂ। ਤੇ ਉਹ ਗੁਰੂ ਨਾਨਕ ਸਾਹਿਬ ਨਾਲ ਇਸ ਤਰ੍ਹਾਂ ਗੱਲਬਾਤ ਕਰ ਲੈਂਦੇ ਸਨ ਜਿਵੇਂ ਇੱਕ ਯਾਰ ਦੋਸਤ ਨਾਲ ਕਰੀਦੀ ਏ, ਇਸ ਤਰ੍ਹਾਂ ਕਰ ਲੈਂਦੇ ਸਨ ਕਦੀ ਕਦੀ। ਉਂਝ ਉਹ ਹਮੇਸ਼ਾ ਬੜਾ ਅਦਬ ਸਤਿਕਾਰ ਕਰਦੇ ਸਨ। ਇੰਨਾ ਸਤਿਕਾਰ ਕਰਦੇ ਸਨ ਕਿ ਉਹ ਕਈ ਵਾਰੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਨਾਨਕ ਜੀ ਤੁਸੀਂ ਤੇ ਪ੍ਰਭੂ ਦਾ ਰੂਪ ਹੋ। ਇਸ ਤਰ੍ਹਾਂ ਉਹ ਮਨੋਂ ਕਹਿੰਦੇ ਹੁੰਦੇ ਸਨ। ਜਦੋਂ ਵੇਖਿਆ ਕਈ ਦਿਨ ਜੰਗਲਾਂ ਚੋਂ ਗੁਜ਼ਰਦੇ ਨੇ ਪਏ, ਪਹਾੜੀਆਂ ਚੋਂ ਗੁਜ਼ਰਦੇ ਨੇ ਪਏ, ਕੁਝ ਖਾਣ ਪੀਣ ਨੂੰ ਨਹੀਂ ਮਿਲਿਆ, ਕੋਈ ਆਰਾਮ ਕਰਨ ਨੂੰ ਚੰਗੀ ਥਾਂ ਟਿਕਾਣਾ ਨਹੀਂ ਮਿਲਿਆ, ਲੇਕਿਨ ਗੁਰੂ ਨਾਨਕ ਫਿਰ ਵੀ ਨਹੀਂ ਥੱਕਦੇ। ਉਹ ਫਿਰ ਵੀ ਇੰਨੇ ਉਤਸ਼ਾਹ ਵਿੱਚ ਰਹਿੰਦੇ ਨੇ। ਭਾਈ ਮਰਦਾਨਾ ਥੱਕ ਜਾਂਦੇ ਸਨ, ਉਹ ਤੇ ਆਪਣੇ ਵਰਗੇ ਸਨ। ਤੇ ਕਦੀ ਉਹਨਾਂ ਨੇ ਆਖਣਾ ਤੁਸੀਂ ਤੇ ਰੱਬ ਰੂਪ ਹੋ, ਤੁਹਾਨੂੰ ਤੇ ਨਾ ਥਕਾਵਟ ਹੁੰਦੀ ਏ, ਨਾ ਭੁੱਖ ਲੱਗਦੀ ਏ, ਨਾ ਪਿਆਸ ਲੱਗਦੀ ਏ, ਤੇ ਤੁਸੀਂ ਮੇਰਾ ਤੇ ਧਿਆਨ ਰੱਖਿਆ ਕਰੋ। ਮੈਨੂੰ ਭੁੱਖ ਵੀ ਲੱਗਦੀ, ਮੈਨੂੰ ਪਿਆਸ ਵੀ ਲੱਗਦੀ, ਮੈਨੂੰ ਥਕਾਵਟ ਵੀ ਹੁੰਦੀ, ਮੈਨੂੰ ਸਾਰਾ ਕੁਝ ਹੁੰਦਾ। ਤੁਰਨ ਲੱਗੇ ਸਨ ਨਾ ਜਦੋਂ ਪਹਿਲੀ ਵਾਰੀ, ਤੇ ਭਾਈ ਮਰਦਾਨਾ ਜੀ ਨੇ ਆਖਿਆ ਸਤਿਗੁਰੂ ਜੀ, ਜਿਹੜੇ ਯਾਤਰੀ ਹੁੰਦੇ ਨੇ ਉਹਨਾਂ ਨੂੰ 3 ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ। ਕਦੀ ਵੀ ਸਫ਼ਰ ਤੇ ਆਪਾਂ ਵੀ ਜਾਈਏ, ਕਿਤੇ ਦੂਰ ਜਾਣਾ ਹੋਵੇ, ਆਪਾਂ 3 ਚੀਜ਼ਾਂ ਵੇਖਦੇ ਹਾਂ। ਪਹਿਲੀ ਗੱਲ ਤੇ ਹੁੰਦੀ ਅਸੀਂ ਪਹੁੰਚਣਾ ਕਿੱਥੇ ਆ, ਸਾਡੀ ਮੰਜ਼ਿਲ ਕੀ ਹੈ। ਦੂਸਰੀ ਗੱਲ ਹੈ ਕਿ ਅਸੀਂ ਇੱਕੋ ਦਿਨ 'ਚ ਉੱਥੇ ਨਹੀਂ ਪਹੁੰਚ ਸਕਣਾ ਤੇ ਰਾਹ ਵਿੱਚ ਰੁਕਣਾ ਕਿੱਥੇ ਆ। ਤੇ ਤੀਸਰੀ ਗੱਲ ਹੁੰਦੀ ਅਸੀਂ ਖਾਣਾ ਪੀਣਾ ਕੀ ਹੈ। ਹੁਣ ਗੁਰੂ ਨਾਨਕ ਸਾਹਿਬ ਜਦੋਂ ਤੁਰੇ ਨੇ ਤੇ ਜਾਣਾ ਕਿੱਥੇ ਵੀ ਨਹੀਂ ਪਤਾ, ਰਾਤ ਨੂੰ ਰਹਿਣਾ ਕਿੱਥੇ ਵੀ ਨਹੀਂ ਪਤਾ, ਖਾਣ ਪੀਣ ਦਾ ਕੋਈ ਇੰਤਜ਼ਾਮ ਇਹ ਵੀ ਨਹੀਂ ਪਤਾ। ਉਹਨੇ 3 ਗੱਲਾਂ ਹੀ ਪੁੱਛੀਆਂ ਸਨ। ਭਾਈ ਸਾਹਿਬ ਨੇ ਆਖਣ ਲੱਗੇ ਸਤਿਗੁਰੂ ਜੀ ਮੈਨੂੰ ਇਹ ਤੇ ਦੱਸ ਦਿਓ ਵੀ ਆਪਾਂ ਤੁਰਤੇ ਪਏ ਆ, ਆਪਾਂ ਜਾਣਾ ਕਿੱਥੇ ਆ, ਤੇ ਜੇ ਰਾਤ ਕਿਤੇ ਪੈ ਜੇ ਤੇ ਰਹਿਣਾ ਕਿੱਥੇ ਆ, ਤੇ ਜਦੋਂ ਭੁੱਖ ਲੱਗੇਗੀ ਖਾਣਾ ਕੀ ਹੈ। ਗੁਰੂ ਸਾਹਿਬ ਨੇ ਬੜੇ ਪਿਆਰੇ ਬਚਨ ਆਖੇ ਸਨ। ਆਖਣ ਲੱਗੇ ਭਾਈ ਮਰਦਾਨਾ ਜੀ, ਆਪਾਂ ਆਪਣੀ ਮਰਜ਼ੀ ਨਾਲ ਨਹੀਂ ਤੁਰੇ, ਮਾਲਕ ਦਾ ਹੁਕਮ ਆਇਆ ਹੈ ਤੇ ਉਹਦੇ ਹੁਕਮ ਨੂੰ ਪਾ ਕੇ ਆਪਾਂ ਤੁਰ ਪਏ ਆ। ਜਾਣਾ ਕਿੱਥੇ ਆ, ਜਿੱਥੇ ਲੈ ਜਾਏਗਾ ਉੱਥੇ ਆਪਾਂ ਚਲੇ ਜਾਵਾਂਗੇ। ਦੂਜਾ ਤੂੰ ਪੁੱਛਿਆ ਰਹਿਣਾ ਕਿੱਥੇ ਆ, ਜਿੱਥੇ ਉਹ ਰੱਖੇਗਾ ਉੱਥੇ ਰਵਾਂਗੇ। ਤੇ ਤੀਜੀ ਗੱਲ ਤੇਰੀ ਹੈ ਕਿ ਖਾਣਾ ਕੀ ਹੈ, ਜੋ ਉਹ ਦੇਵੇਗਾ ਉਹ ਖਾਵਾਂਗੇ। ਕਿੰਨੀ ਵੱਡੀ ਆਸਥਾ ਹੈ ਉਸ ਮਾਲਕ ਦੇ ਉੱਤੇ, ਜਿੱਥੇ ਲੈ ਜਾਏਗਾ ਚਲੇ ਜਾਵਾਂਗੇ, ਜਿੱਥੇ ਰੱਖੇਗਾ ਉੱਥੇ ਰਵਾਂਗੇ, ਜੋ ਦੇਵੇਗਾ ਉਹ ਆਪਾਂ ਖਾਵਾਂਗੇ, ਉਸ ਤੋਂ ਵੱਧ ਘੱਟ ਮੈਨੂੰ ਕੁਛ ਨਹੀਂ ਪਤਾ। ਭਾਈ ਮਰਦਾਨਾ ਸਮਝ ਗਿਆ ਕਿ ਇਹ ਤੇ ਗੱਲਾਂ ਹੀ ਕੋਈ ਹੋਰ ਨੇ, ਮੈਂ ਤੇ ਕੁਝ ਹੋਰ ਸਮਝੀ ਬੈਠਾ ਸਾਂ।
ਇਹ ਤੇ ਪੂਰਨ ਤੌਰ ਤੇ ਸਮਰਪਿਤ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਉਹ ਐਵੇਂ ਨਹੀਂ ਸਨ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ। ਉਹ ਸਾਡੇ ਵਾਂਗੂ ਨਹੀਂ ਸੀ ਰੋਜ਼ ਪੜ੍ਹ ਲੈਂਦੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੇ ਜੇ ਕੰਡਾ ਵੱਜ ਜੇ ਪੈਰ ਵਿੱਚ ਤੇ ਅਸੀਂ ਦੁਖੀ ਹੋ ਉੱਠਦੇ ਹਾਂ ਕਿ ਮੈਂ ਤੇ ਸਵੇਰੇ ਨਿਤਨੇਮ ਵੀ ਕੀਤਾ ਸੀ, ਮੈਂ ਤੇ ਪਾਠ ਵੀ ਕੀਤਾ ਸੀ, ਮੈਂ ਤੇ ਅੱਧਾ ਘੰਟਾ ਸਿਮਰਨ ਵਿੱਚ ਵੀ ਲਾਇਆ ਸੀ, ਫਿਰ ਇਹ ਮੈਨੂੰ ਕੰਡਾ ਕਿਉਂ ਵੱਜ ਗਿਆ? ਇਹਦਾ ਮਤਲਬ ਅਸੀਂ ਜੋ ਤੁਧ ਭਾਵੈ ਸਾਈ ਭਲੀ ਕਾਰ ਅਜੇ ਪੜ੍ਹਿਆ ਨਹੀਂ। ਜਿੱਦਣ ਪੜ੍ਹ ਲਿਆ ਉਸ ਤੋਂ ਬਾਅਦ ਫਿਰ ਅਸੀਂ ਵੀ ਸ਼ਾਂਤ ਹੋ ਜਾਣਾ। ਜੋ ਮਾਲਕ ਦੀ ਮਰਜ਼ੀ ਉਹ ਹੋਏਗਾ, ਹੁੰਦਾ ਰਹੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖ ਸੰਗਤ ਨੇ ਆਖਿਆ ਇੱਕ ਦਿਨ, ਜਦੋਂ ਲੰਗਰ ਵੀ ਮਸਤਾਨੇ ਹੋ ਗਏ ਗੁਰੂ ਘਰ ਦੇ, ਤੇ ਉਹ ਬੜਾ ਕਦੀ ਕਿਸੇ ਚੌਧਰੀ ਨੂੰ ਜਾ ਮਿਲਦਾ, ਕਦੀ ਕਿਸੇ ਨੂੰ ਲਾਹੌਰੋਂ ਚੜਾ ਕੇ ਲੈ ਆਉਂਦਾ, ਪ੍ਰਿਥੀ ਚੰਦ ਉਹਨਾਂ ਦਾ ਵੱਡਾ ਭਰਾ। ਤੇ ਸਿੱਖ ਸੰਗਤ ਨੇ ਆਖਿਆ, ਸਤਿਗੁਰੂ ਜੀ ਤੁਹਾਡੀ ਤੇ ਰੱਬ ਸੁਣਦਾ ਤੇ ਤੁਸੀਂ ਪ੍ਰਮਾਤਮਾ ਨੂੰ ਕਿਉਂ ਨਹੀਂ ਆਖਦੇ? ਤੁਸੀਂ ਜ਼ਬਾਨ ਤੋਂ ਇੱਕ ਬਚਨ ਕਰੋ ਤੇ ਪ੍ਰਿਥੀ ਚੰਦ ਦੀ ਕੀ ਮਜਾਲ ਹੈ ਕਿ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਵੇਖ ਜਾਏ। ਸਤਿਗੁਰੂ ਜੀ ਨੇ ਆਖਿਆ ਸੀ, ਨਹੀਂ ਭਾਈ ਗੁਰਮੁਖੋ, ਜੋ ਮਾਲਕ ਦਾ ਹੁਕਮ ਹੈ ਉਹ ਹੀ ਹੋਣਾ ਹੈ, ਤੇ ਅਸੀਂ ਉਹਦੇ ਹੁਕਮ ਵਿੱਚ ਰਹਿਣਾ ਹੀ ਮੰਨਿਆ ਹੋਇਆ ਆਪਣੇ ਮਨ ਵਿੱਚ। ਤੇ ਆਪਾਂ ਸਾਰਿਆਂ ਨੂੰ ਪਤਾ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ ਦੇ ਜਿਹੜੇ ਧਾਰਨੀ ਸਨ, ਉਹ ਤੱਤੀ ਤਵੀ ਤੇ ਬੈਠ ਕੇ ਵੀ ਇਹ ਹੀ ਕਹਿੰਦੇ ਰਹੇ, ਤੇਰਾ ਕੀਆ ਮੀਠਾ ਲੱਗੇ। ਬਸ ਆ ਜੇ ਜੋ ਤੁਧ ਭਾਵੈ ਸਾਈ ਭਲੀ ਕਾਰ। ਗੁਰੂ ਸਾਹਿਬ ਜੀ ਨੇ ਤਾਂ ਸਾਨੂੰ, ਜਦੋਂ ਅਸੀਂ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ, ਉਸ ਦੇ ਨਾਲ ਮਿਲ ਜਾਣਾ ਹੈ, ਤੇ ਜਿਹੜਾ ਮਿਲਣ ਦਾ ਤਰੀਕਾ ਹੈ ਨਾ ਜੀ, ਉਹ ਵੀ ਉਹਨਾਂ ਨੇ ਸਾਨੂੰ ਜੋ ਤੁਧ ਭਾਵੈ ਸਾਈ ਭਲੀ ਕਾਰ ਹੀ ਦੱਸਿਆ ਹੋਇਆ ਕਿ ਜੇ ਤੁਸੀਂ ਉਹਦੇ ਵਿੱਚ ਸਮਾ ਜਾਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਆਹ ਬਚਨ ਮੰਨਣੇ ਹੋਣਗੇ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਜੀ, ਜਾਏ ਪੁੱਛੋ ਸੁਹਾਗਣੀ ਵਾਹੈ, ਕਿੰਨੀ ਬਾਤੀ ਸ਼ੌ ਪਾਈਐ। ਆਖਦੇ ਨੇ ਜਿਹੜੇ ਜਗਿਆਸੂ ਲੋਕ ਨੇ ਨਾ ਜੀ, ਜਿਹੜੇ ਜਗਿਆਸੂ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਨੂੰ ਮਿਲਣ ਦੀ ਆਸ ਜਾਗ ਪੈਂਦੀ ਏ ਕਿ ਹੁਣ ਉਸ ਮਾਲਕ ਦਾ ਦਰਸ਼ਨ ਕਰਨਾ ਹੈ, ਜ਼ਿੰਦਗੀ ਨੂੰ ਸਮਝ ਲਿਆ ਹੈ, ਇਹਦੇ ਵਿੱਚ ਕਿਤੇ ਵੀ ਸੁੱਖ ਨਹੀਂ, ਕਿਤੇ ਵੀ ਸ਼ਾਂਤੀ ਨਹੀਂ, ਭਟਕਣਾ ਹੀ ਭਟਕਣਾ ਹੈ, ਤੇ ਮਰਨ ਤੋਂ ਬਾਅਦ ਵੀ ਸ਼ਾਂਤੀ ਫਿਰ ਨਹੀਂ ਮਿਲਣੀ। ਜੇ ਜਿਉਂਦਿਆਂ ਨਾ ਮਿਲੀ ਤਾਂ ਇਹ ਪੱਕੀ ਗੱਲ ਹੈ ਜੀ, ਬਾਅਦ ਵਿੱਚ ਕੁਝ ਨਹੀਂ ਜੇ ਹੁੰਦਾ। ਇਹ ਸਭ ਝੂਠ ਹੈ, ਬਣਾਵਟੀ ਗੱਲਾਂ ਨੇ, ਮਗਰੋਂ ਉਹ ਕਰ ਦਿਓ, ਆਹ ਕਰ ਦਿਓ, ਕੱਖ ਨਹੀਂ ਹੁੰਦਾ। ਗੁਰਬਾਣੀ ਇਸ ਗੱਲ ਨੂੰ ਮੰਨਦੀ ਏ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸ ਹੀ ਥਾਏ। ਹੁਣ ਕਿੰਨੀ ਸਪਸ਼ਟ ਗੱਲ ਏ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਹੁਣ ਇੱਥੇ ਮਗਰੋਂ ਕੀ ਕਰਾਂਗੇ ਅਸੀਂ? ਜਦੋਂ ਕੋਈ ਚਲਾ ਜਾਏਗਾ ਮਗਰੋਂ ਕੁਝ ਨਹੀਂ ਜੇ ਹੋਣਾ। ਹਾਂ, ਅਸੀਂ ਆਪਣੇ ਲਈ, ਆਪਣੇ ਮਨ ਦੇ ਠਹਿਰਾਵ ਲਈ ਪਾਠ ਕਰੀਏ, ਕੀਰਤਨ ਕਰੀਏ, ਸੁਣੀਏ, ਕਥਾ ਵਿਚਾਰਾਂ ਕਰੀਏ, ਸੁਣੀਏ, ਉਹ ਇੱਕ ਵੱਖਰੀ ਗੱਲ ਏ। ਲੇਕਿਨ ਅਸੀਂ ਅਗਿਆਨਤਾ ਬਸ ਉਸ ਪ੍ਰਾਣੀ ਲਈ ਕਰਦੇ ਹਾਂ ਜਿਹੜਾ ਚਲਾ ਗਿਆ ਹੈ, ਉਹਦੇ ਲਈ ਕੁਝ ਨਹੀਂ ਜੇ ਹੋਣਾ। ਸੱਚਾਈ ਤਾਂ ਇਹ ਹੀ ਹੈ ਜੀ, ਉਂਝ ਅਸੀਂ ਕਰੀ ਜਾਣਾ, ਚਲੋ ਭਲੀ ਗੱਲ ਏ, ਮਾੜੀ ਨਹੀਂ, ਪਰ ਹੋਣਾ ਕੁਝ ਨਹੀਂ, ਮਿਲਣਾ ਕੁਝ ਨਹੀਂ ਉਹਨੂੰ। ਗੁਰੂ ਨਾਨਕ ਸਾਹਿਬ ਦਾ ਮੱਤ ਹੈ ਕਿ ਜਿਹੜੀ ਜ਼ਿੰਦਗੀ ਹੈ ਨਾ, ਇਹ ਜ਼ਿੰਦਗੀ ਇੱਕ ਸਫ਼ਰ ਹੈ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਬੜਾ ਸੋਹਣਾ ਸਫ਼ਰ ਏ, ਬੜਾ ਵਧੀਆ ਸਫ਼ਰ ਏ। ਤੇ ਇਹ ਜਿਹੜਾ ਸਰੀਰ ਏ, ਇਹ ਇੱਕ ਸਾਧਨ ਏ ਆਪਣੀ ਮੰਜ਼ਿਲ ਤੇ ਪਹੁੰਚਣ ਦਾ। ਸਫ਼ਰ ਦਾ ਤੇ ਮਤਲਬ ਰਸਤਾ ਹੀ ਹੁੰਦਾ ਹੈ ਨਾ ਜੀ, ਰਸਤਾ, ਰਾਹ, ਜਿੰਨਾ ਵੀ ਲੰਮਾ ਹੋਵੇ, ਚਾਹੇ 100 ਮੀਲ ਹੋਵੇ, ਚਾਹੇ 500 ਮੀਲ ਹੋਵੇ, ਉਸ ਰਾਹ ਤੇ ਚੱਲਣ ਵਾਲੇ ਨੂੰ ਯਾਤਰੀ ਆਖਦੇ ਨੇ।
ਤੇ ਉਸ ਪੂਰੇ ਰਸਤੇ ਨੂੰ ਸਫ਼ਰ ਆਖਦੇ ਨੇ, ਯਾਤਰਾ ਆਖਦੇ ਨੇ। ਯਾਤਰਾ ਨੂੰ ਕਰਨ ਲਈ ਕੋਈ ਸਾਧਨ ਚਾਹੀਦਾ ਹੁੰਦਾ ਹੈ। ਸਾਧਨ ਹੈ ਸਾਡਾ ਸਰੀਰ। ਮੰਜ਼ਿਲ ਤੇ ਪਹੁੰਚਾਂਗੇ ਜੇ ਤੁਰਦੇ ਰਹੇ ਤੇ, ਜੇ ਨਾ ਤੁਰੇ ਤੇ ਮੰਜ਼ਿਲ ਤੇ ਨਹੀਂ ਅਪੜਾਂਗੇ। ਰਸਤੇ ਵਿੱਚ ਹੀ ਇਸ ਸਰੀਰ ਰੂਪੀ ਸਾਧਨ ਨੇ ਸਾਡਾ ਸਾਥ ਛੱਡ ਦੇਣਾ ਕਿਤੇ ਨਾ ਕਿਤੇ, ਤੇ ਫਿਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚੇ ਹੋਵਾਂਗੇ ਤੇ ਸਰੀਰ ਛੁੱਟ ਗਿਆ ਤੇ ਫਿਰ ਪਤਾ ਨਹੀਂ ਇਹ ਵਾਰੀ ਕਦੋਂ ਆਏਗੀ ਕਦੋਂ ਨਹੀਂ ਆਏਗੀ, ਫਿਰ ਸਾਧਨ ਮਿਲੇਗਾ ਨਹੀਂ ਮਿਲੇਗਾ ਪਤਾ ਨਹੀਂ। ਅਸੀਂ ਲੋਕਾਂ ਨੇ ਇੱਕ ਗੱਲ ਸਮਝੀਏ ਕਿ ਜਦੋਂ ਮੌਤ ਹੋ ਜਾਂਦੀ ਹੈ ਬੰਦੇ ਦਾ ਅੰਤ ਹੋ ਜਾਂਦਾ ਹੈ। ਅੰਤ ਜੀ ਬਿਲਕੁਲ ਨਹੀਂ ਜੇ ਹੁੰਦਾ। ਇਹ ਵੀ ਮਨ ਚੋਂ ਗੱਲ ਕੱਢ ਦਿਓ, ਭੁਲੇਖਾ ਨਾ ਰਵੇ ਕਿਸੇ ਨੂੰ। ਮਰਨ ਦੇ ਨਾਲ ਅੰਤ ਨਹੀਂ ਹੁੰਦਾ। ਮੌਤ ਇੱਕ ਪੜਾਅ ਏ, ਜਿਸ ਪੜਾਅ ਤੇ ਜਾ ਕੇ ਇਹ ਸਰੀਰ ਛੁੱਟ ਗਿਆ, ਉਸ ਤੋਂ ਅੱਗੇ ਫਿਰ ਕੁਛ ਨਾ ਕੁਛ ਮਿਲੇਗਾ, ਸਾਧਨ ਮਿਲੇਗਾ। ਚਾਹੇ ਉਹ 84 ਲੱਖ ਜੂਨੀਆਂ 'ਚ ਹੀ ਕਿਉਂ ਨਾ ਜਾਣਾ ਹੋਵੇ, ਸਾਧਨ ਜ਼ਰੂਰ ਮਿਲੇਗਾ। ਲੇਕਿਨ ਇੱਕ ਮਨੁੱਖਾ ਤਨ ਇਹੋ ਜਿਹਾ ਸਾਨੂੰ ਸਾਧਨ ਮਿਲਿਆ ਹੈ, ਜਿਸ ਸਾਧਨ ਨੂੰ ਪਾ ਕੇ ਅਸੀਂ ਆਪਣੀ ਮੰਜ਼ਿਲ ਤੇ ਹੁਣ ਪਹੁੰਚ ਸਕਦੇ ਹਾਂ, ਜੇ ਅਸੀਂ ਯਤਨ ਕਰੀਏ ਤੇ, ਜੇ ਅਸੀਂ ਕੋਸ਼ਿਸ਼ ਕਰੀਏ ਤੇ। ਸਾਡੀ ਕੋਸ਼ਿਸ਼ ਹੋਏਗੀ ਤੇ ਗੁਰੂ ਦੀ ਕਿਰਪਾ ਹੋਣੀ ਹੈ। ਜੇ ਸਾਡੀ ਕੋਸ਼ਿਸ਼ ਨਾ ਹੋਈ ਤੇ ਗੁਰੂ ਦੀ ਕਿਰਪਾ ਵੀ ਕੋਈ ਨਹੀਂ ਜੇ ਹੋਣੀ ਜੀ। ਇਹ ਸੱਚੀਆਂ ਗੱਲਾਂ ਤੇ ਹੋਈ ਨੇ। ਐਵੇਂ ਉੱਤੋਂ ਕੋਈ ਆਖੇ ਜੇ ਹਾਂਜੀ ਹਾਂਜੀ ਬਸ ਹੋ ਜਾਣਾ, ਕੱਖ ਨਹੀਂ ਜੇ ਹੋਣਾ। ਜੇ ਹੋਣਾ ਹੁੰਦਾ ਤੇ ਭਾਈ ਲਹਿਣਾ ਜੀ ਨੂੰ ਇੰਨੇ ਸਾਲ ਇੰਨੀ ਸਖਤ ਮਿਹਨਤ ਕਰਨ ਦੀ ਕੀ ਲੋੜ ਸੀ। ਆਪਾਂ ਪਿੱਛੇ ਜੇ ਭਾਈ ਜੇਠਾ ਜੀ ਦਾ ਜੀਵਨ ਪੜ੍ਹਿਆ ਸੀ, ਉਹਨਾਂ ਨੇ 27-28 ਸਾਲ ਉਹ ਘੱਲ ਨਾ ਘਾਲੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਰਹਿ ਕੇ, ਰਾਤ ਦਿਨ ਇੱਕ ਕੀਤਾ ਸੀ ਉਹਨਾਂ ਨੇ। ਨਾ ਰਾਤੀ ਸੌਣਾ ਨਾ ਦਿਨੇ ਸੌਣਾ, ਸਿਮਰਨ ਵਿੱਚ ਜੁੜੇ ਰਹਿਣਾ, ਸੇਵਾ ਵਿੱਚ ਜੁਟੇ ਰਹਿਣਾ। 27-28 ਸਾਲ ਥੋੜਾ ਸਮਾਂ ਨਹੀਂ ਗਏ। ਜੇ ਅਰਦਾਸ ਨਾਲ ਹੀ ਹੋ ਜਾਣਾ ਹੁੰਦਾ ਤੇ ਉਹਦੇ ਤੇ ਰਿਸ਼ਤੇਦਾਰ ਸਨ ਗੁਰੂ ਅਮਰਦਾਸ ਮਹਾਰਾਜ, ਤੇ ਉਹ ਆਖ ਦਿੰਦੇ ਮਹਾਰਾਜ ਮੇਰੇ ਲਈ ਅਰਦਾਸ ਕਰ ਦਿਓ ਤੇ ਮੈਂ ਗੁਰੂ ਬਣ ਜਾਵਾਂ। ਇੰਨੀ ਘਾਲਣਾ ਦੀ ਕੀ ਲੋੜ ਸੀ। ਇਹਨਾਂ ਗੱਲਾਂ ਨਾਲ ਜੀ ਕੁਝ ਨਹੀਂ ਜੇ ਹੋਣਾ। ਘਾਲਣਾ ਘਾਲਣੀ ਪੈਣੀ। ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਉਹ ਜਿਹੜਾ ਸ਼ਬਦ ਮਸ਼ੱਕਤ ਹੈ ਨਾ, ਉਹ ਬੜੇ ਗਹਿਰੇ ਮਾਇਨੇ ਰੱਖਦਾ ਹੈ। ਮਸ਼ੱਕਤ ਦਾ ਮਤਲਬ ਬੜੀ ਸਖਤ ਘਾਲਣਾ, ਰਾਤ ਦਿਨ ਦੀ ਘਾਲਣਾ। ਤੇ ਜਿਨ੍ਹਾਂ ਲੋਕਾਂ ਨੇ ਉਹ ਘਾਲਣਾ ਘਾਲੀ, ਚਾਹੇ ਉਹ ਦੁਨਿਆਵੀ ਫੀਲਡ ਹੋਵੇ, ਖੇਤਰ ਹੋਵੇ, ਤੇ ਚਾਹੇ ਧਾਰਮਿਕ ਖੇਤਰ ਹੋਵੇ, ਪ੍ਰਾਪਤੀ ਉਹਨਾਂ ਨੂੰ ਹੀ ਹੋਈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ। ਜਿਹੜੇ ਮੇਰੇ ਵਰਗੇ ਸੁੱਤੇ ਰਹੇ, ਕੁਛ ਨਹੀਂ ਪ੍ਰਾਪਤ ਕੀਤਾ ਉਹਨਾਂ ਨੇ, ਆਪਣੀ ਜ਼ਿੰਦਗੀ ਐਵੇਂ ਗਵਾ ਕੇ ਚਲੇ ਗਏ। ਸੋ ਗੁਰੂ ਜੀ ਆਖਦੇ ਨੇ ਵੀ ਜੇ ਤੁਹਾਨੂੰ ਰੱਬ ਨੂੰ ਮਿਲਣ ਦੀ ਇੱਛਾ ਹੈ ਨਾ, ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ, ਜਾਏ ਪੁੱਛੋ ਸੁਹਾਗਣੀ ਵਾਹੇ। ਵਾਹੇ ਦਾ ਮਤਲਬ ਉਹਨਾਂ ਸੁਹਾਗਣੀਆਂ ਨੂੰ ਜਾ ਕੇ ਪੁੱਛੋ ਜਿਹੜੀਆਂ ਉਹਦੇ ਨਾਲ ਮਿਲ ਗਈਆਂ ਨੇ, ਭਾਵ ਜੀਵ ਰੂਪ ਇਸਤਰੀਆਂ, ਜਿਹੜੇ ਜਗਿਆਸੂ ਵਾਹਿਗੁਰੂ ਜੀ ਨਾਲ ਮਿਲ ਗਏ ਨੇ, ਉਹਦੇ ਨਾਲ ਇੱਕ-ਮਿੱਕ ਹੋ ਗਏ ਨੇ। ਉਹਨਾਂ ਨੂੰ ਜਾ ਕੇ ਪੁੱਛੋ ਕਿੰਨੀ ਬਾਤੀ ਸ਼ੌ ਪਾਈ ਹੈ। ਉਸ ਮਾਲਕ ਨੂੰ ਕਿਹੜੀਆਂ ਗੱਲਾਂ ਨਾਲ, ਕਿਹੜਿਆਂ ਕਰਮਾਂ ਨਾਲ ਪ੍ਰਾਪਤ ਕੀਤਾ ਜਾ ਸਕਦਾ, ਉਹਨਾਂ ਨੂੰ ਜਾ ਕੇ ਪੁੱਛੋ। ਤੇ ਜਵਾਬ ਕੀ ਦਿੱਤਾ ਉਹਨਾਂ ਨੇ? ਜਿਹੜੀਆਂ ਸੁਹਾਗਣੀਆਂ ਨੂੰ ਜਾ ਕੇ ਪੁੱਛਿਆ, ਉਹਨਾਂ ਨੇ ਆਖਿਆ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਵਾਹਿਗੁਰੂ ਜੀ ਕਰੇ ਤੁਹਾਡੇ ਜੀਵਨ ਵਿੱਚ, ਜੋ ਤੁਹਾਡੇ ਨਾਲ ਹੋਵੇ, ਤੁਹਾਨੂੰ ਉਹ ਚੰਗਾ ਲੱਗੇ, ਤੁਹਾਨੂੰ ਨਾ ਚੰਗਾ ਲੱਗੇ, ਲੇਕਿਨ ਉਹਨੂੰ ਭਲਾ ਕਰਕੇ ਮੰਨੋ, ਮਿੱਠਾ ਕਰਕੇ ਮੰਨੋ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਹਿਕਮਤ ਦਾ ਮਤਲਬ ਹੁੰਦਾ ਜੀ ਆਪਣਾ ਬਲ, ਧੱਕੇ ਜ਼ੋਰੀ ਜਿਹੜੀ ਅਸੀਂ ਕਰਦੇ ਹਾਂ, ਤੇ ਹੁਕਮ, ਇਹ ਦੋਵੇਂ ਚੀਜ਼ਾਂ ਦਾ ਤਿਆਗ ਕਰ ਦਿਓ। ਨਿਮਾਣੇ ਹੋ ਜਾਓ ਤੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਓ। ਆਪਣਾ ਆਪਾ ਛੱਡ ਦਿਓ। ਜੋ ਮਾਲਕ ਜੀ ਕਰਦੇ ਨੇ ਉਸ ਨੂੰ ਭਲਾ ਕਰਕੇ ਮੰਨੋ,
ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੋਗੀਆਂ। ਭਾਵ ਤੁਹਾਡਾ ਮਿਲਾਪ ਜਿਹਦੇ ਨਾਲੋਂ ਤੁਸੀਂ ਵਿਛੜੇ ਜੇ, ਉਹਦੇ ਨਾਲ ਤੁਹਾਡਾ ਮਿਲਾਪ ਜ਼ਰੂਰ ਹੋ ਜਾਏਗਾ। ਸੋ ਆਪਾਂ ਜੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਐਤਵਾਰ ਨੂੰ ਆਪਾਂ ਇੱਥੋਂ ਹੀ ਗੱਲ ਫਿਰ ਸ਼ੁਰੂ ਕਰਾਂਗੇ ਤੇ ਅਗਲਾ ਜਿਹੜਾ ਟੌਪਿਕ ਆਪਾਂ ਲਵਾਂਗੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ, ਉਹਦੇ ਤੇ ਫਿਰ ਆਪਾਂ ਹੋਰ ਅੱਗੇ ਵਿਚਾਰ ਜ਼ਰੂਰ ਕਰਾਂਗੇ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਵਿਚਾਰਾਂ ਕਰਦਿਆਂ, ਬਾਣੀ ਦੇ ਅਰਥ ਕਰਦਿਆਂ ਗਲਤੀਆਂ ਤੇ ਹੋ ਹੀ ਜਾਂਦੀਆਂ ਨੇ। ਤੁਸੀਂ ਉਹ ਖਿਮਾ ਕਰਨਾ ਤੇ ਗੁਰੂ ਮਹਾਰਾਜ ਜੀ ਵੀ ਮੁਆਫੀ ਬਖਸ਼ਿਸ਼ ਕਰਨ ਤੇ ਅੱਗੇ ਲਈ ਸੁਮੱਤ ਦੇਣ ਕਿ ਅਸੀਂ ਠੀਕ ਢੰਗ ਦੇ ਨਾਲ ਉਹਨਾਂ ਦੀ ਪਵਿੱਤਰ ਬਾਣੀ ਨੂੰ ਸਮਝੀਏ, ਵਿਚਾਰੀਏ ਤੇ ਜੀਵਨ ਵਿੱਚ ਉਹਨਾਂ ਬਚਨਾਂ ਨੂੰ ਅਮਲ ਵਿੱਚ ਲੈ ਆਈਏ। ਮਨ ਕੀਤਾ ਭਾਵ ਪ੍ਰੇਮ ਦੇ ਨਾਲ ਉਹਨਾਂ ਬਚਨਾਂ ਨੂੰ ਸਮਝ ਕੇ ਬਸ ਉਹਨਾਂ ਤੇ ਪਹਿਰਾ ਦਈਏ। ਇਸ ਤਰ੍ਹਾਂ ਕਰਨ ਨਾਲ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਜਾਏਗਾ। ਹੋਈਆਂ ਭੁੱਲਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।